आओ जो पातशाह दी पावन पवित्र गुरबाणी। पंचम पातशाह धन श्री गुरु अर्जन देव साहिब जी महाराज, उन्हां दे पवित्र मुखार बिंद तो उचारण किए गए सवैयां दी अपनी चल रही है विचार। अगे आरंभ करिए। अज दे पावन बचनां द्वारा पातशाह साडे ते कृपा कर रहे हन। गुण समूह फल सगल मनोरथ, पूर्ण होई आस हमारी। औखद मंत्र तंत्र पर दुख हर, सर्ब रोग खंडन गुणकारी। कि सतगुरु पातशाह इत्थे सानू समझा रहे हैं कि जो अपना मालिक अकाल पुरख वाहिगुरु है, उस परमेश्वर दे नाम जपण दे नाल, ਉਹਦੀ ਬੰਦਗੀ ਕਰਨ ਦੇ ਨਾਲ ਸਾਡੇ ਮਨ ਦੀ ਜਿਹੜੀ ਮਨੋਰਥ ਹੈ, ਆਸ਼ਾ ਹੈ, ਉਹ ਪੂਰੀ ਹੋਈ। ਕਿਉਂਕਿ ਉਹ ਜਿਹੜਾ ਮਾਲਕ ਹੈ ਉਹ ਸਾਰੇ ਗੁਣਾਂ ਦਾ ਦਾਤਾ ਹੈ। ਜਿੰਨੇ ਸੰਸਾਰ ਦੇ ਫਲ ਨੇ, ਚਾਰ ਪਦਾਰਥ ਨੇ, ਧਰਮ ਅਰਥ ਕਾਮ ਮੋਕਸ਼, ਚਾਰੇ ਪਦਾਰਥਾਂ ਨੂੰ ਦੇਣ ਵਾਲਾ ਹੈ। ਸਾਡੇ ਜੀਵਨ ਦਾ ਜੋ ਮਨੋਰਥ ਹੈ ਸਾਰਿਆਂ ਤੋਂ ਵੱਡਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਉਸ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਦੁਆਰਾ ਇਹ ਸਾਰੀਆਂ ਵਸਤੂਆਂ ਦੀ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਸਾਰੇ ਗੁਣ ਸਾਡੇ 'ਚ ਆ ਸਕਦੇ ਨੇ। ਗੁਣ ਸਮੂਹ ਫਲ ਸਗਲ ਮਨੋਰਥ, ਪੂਰਨ ਹੋਈ ਆਸ ਹਮਾਰੀ। ਨਹੀਂ ਤਾਂ ਇਨਸਾਨ ਦੀ ਸਾਰੀ ਜ਼ਿੰਦਗੀ ਨਾ ਉਹਨਾਂ 'ਚ ਪੂਰਨ ਗੁਣ ਪੈਦਾ ਹੁੰਦੇ ਆ, ਨਾ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਆ, ਤੇ ਕੋਈ ਨਾ ਕੋਈ ਅਧੂਰੀ ਆਸ ਲੈ ਕੇ ਸੰਸਾਰ ਇਹ ਮਨੁੱਖ ਸੰਸਾਰ ਦੇ ਅੰਦਰੋਂ ਚਲਿਆ ਜਾਂਦਾ। ਜਿਉਂ ਹੀ ਮਾਲਕ ਸਾਡੇ ਤੇ ਕਿਰਪਾ ਕਰਦੇ, ਸਾਨੂੰ ਆਪਣੀ ਨਾਮ ਰੂਪੀ ਦਾਤ ਦੀ ਬਖਸ਼ਿਸ਼ ਕਰਦੇ, ਉਹਦੇ ਨਾਲ ਸਾਡੇ ਲੋਕ ਅਤੇ ਪਰਲੋਕ ਦੇ ਦੋਨੋਂ ਜਿਹੜੇ ਕਾਰਜ ਨੇ ਉਹ ਸਵਰ ਜਾਂਦੇ ਆ। ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਸਤਿਗੁਰੂ ਪਾਤਸ਼ਾਹ ਦਾ ਨਾਮ ਰੂਪੀ ਮੰਤਰ ਜਪਣ ਦੇ ਨਾਲ ਦੁਨੀਆ ਦੇ ਜਿੰਨੇ ਵੀ ਆ ਤੰਤਰ ਮੰਤਰ ਕਰਨ ਵਾਲੇ ਜੀਵ ਆ, ਜੋ ਇੱਕ ਬਹੁਤ ਵੱਡਾ ਭਰਮ ਜਾਲ ਸਾਡੇ ਮਨਾਂ ਦੇ ਅੰਦਰ ਸ਼ੁਰੂ ਤੋਂ ਲੈ ਕੇ ਪਿਆ ਹੋਇਆ, ਇਹਨਾਂ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਣ ਦੇ ਬਾਵਜੂਦ ਵੀ ਅੱਜ ਬਹੁਤ ਸਾਰੇ ਜੀਵ ਇਹਨਾਂ ਗੱਲਾਂ ਦੇ ਅੰਦਰ, ਭਰਮ ਜਾਲ ਦੇ ਅੰਦਰ ਪੈ ਕੇ ਆਪਣੀ ਆਰਥਿਕ ਪੱਖ ਤੋਂ ਬਹੁਤ ਸਾਰਾ ਘਾਟਾ ਖਾ ਰਹੇ ਆ ਤੇ ਸ਼ੋਸ਼ਣ ਕਰਵਾ ਰਹੇ ਆ। ਬਹੁਤ ਸਾਰੇ ਪਰਿਵਾਰਾਂ ਲੜਾਈਆਂ ਝਗੜੇ ਪੈ ਜਾਂਦੇ ਆ ਕਿ ਸਾਨੂੰ ਸਾਡੇ ਕਿਸੇ ਸਕੇ ਨੇ ਕੁਝ ਕਰਾਤਾ, ਸਾਡਾ ਤਾਂ ਨਹੀਂ ਕਾਰੋਬਾਰ ਚੱਲਦਾ, ਸਾਡੇ ਘਰੇ ਤਾਂ ਬਿਮਾਰੀ ਆ, ਤੇ ਭੈਣ ਭਰਾਵਾਂ ਸਕਿਆਂ ਦੇ ਅੰਦਰ ਬਹੁਤ ਸਾਰੇ ਝਗੜੇ ਖੜੇ ਹੋ ਜਾਂਦੇ। ਦੂਸਰੇ ਪਾਸੇ ਪਾਤਸ਼ਾਹ ਦੀ ਗੁਰਬਾਣੀ ਸਾਨੂੰ ਇਹ ਤੱਤ ਦੀ ਵਿਚਾਰ ਸਮਝਾ ਰਹੀ ਹੈ, ਮਤ ਕੋਈ ਜਾਣੋ ਕਿਸੀ ਦੇ ਕਿਸ ਵਸ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਕੋਈ ਲਾਏ ਨਾ ਸਕੇ ਬਿਨ ਹਰ ਕਾ ਲਾਇਆ। ਕਿ ਸਾਨੂੰ ਕੋਈ ਇਨਸਾਨ ਸਾਡਾ ਸਿਰ ਵੀ ਨਹੀਂ ਦੁਖਣ ਲਾ ਸਕਦਾ, ਸਾਨੂੰ ਤਾਪ ਵੀ ਨਹੀਂ ਚੜਾ ਸਕਦਾ, ਹੋਰ ਤਾਂ ਕੀ ਕਰ ਸਕਦਾ। ਇਹ ਤਾਂ ਸਾਰਾ ਉਸ ਮਾਲਿਕ ਦੇ ਹੱਥ ਦੇ ਅੰਦਰ ਖੇਡ ਹੈ। ਜਦੋਂ ਜੀਵ ਪਰਮਾਤਮਾ ਦੇ ਨਾਮ ਰੂਪੀ ਮੰਤਰ ਨੂੰ ਦ੍ਰਿੜ ਕਰਦਾ, ਆ ਜਿਹੜੇ ਦੂਸਰੇ ਤੰਤਰ ਮੰਤਰ ਵਾਲੇ ਆ, ਜਿਨ੍ਹਾਂ ਤੇ ਜਾ ਕੇ ਦੁੱਖ ਭੋਗਦਾ, ਜਿਨ੍ਹਾਂ ਦੀ ਨਿਵਰਤੀ ਵਾਸਤੇ, ਕਿਉਂਕਿ ਦੁੱਖਾਂ ਦੀ ਨਿਵਰਤੀ ਵਾਸਤੇ ਜੀਵ ਉਹਨਾਂ ਲੋਕਾਂ ਕੋਲੇ ਜਾਂਦੇ ਆ ਕਿ ਸਾਨੂੰ ਜੀ ਕੋਈ ਜੰਤਰ ਲਿਖ ਕੇ ਦਿਓ, ਕੋਈ ਮੰਤਰ ਦਿਓ ਜਿਹਦੇ ਨਾਲ ਸਾਡੇ ਦੁੱਖ ਹਟ ਜਾਣ। ਸਗੋਂ ਭਰਮ ਜਾਲ ਦੇ ਅੰਦਰ ਜਾ ਕੇ ਬਹੁਤ ਸਾਰੇ ਹੋਰ ਦੁੱਖ ਸ਼ਹੇੜ ਲੈਂਦੇ ਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪਰਮਾਤਮਾ ਦਾ ਨਾਮ ਰੂਪੀ ਜਿਹੜਾ ਮੰਤਰ ਹੈ, ਸਰਬ ਰੋਗ ਕਾ ਔਖਦ ਨਾਮ, ਜਿਹਨੇ ਸਾਡੇ ਸਾਰੇ ਤਨ ਅਤੇ ਮਨ ਦੇ ਰੋਗ ਖੰਡਨ ਕਰ ਦੇਣੇ ਆ, ਗੁਣਕਾਰੀ ਮੰਤਰ ਹੈ। ਉਸ ਨੂੰ ਭਾਈ ਜਪਿਆ ਕਰੋ। ਔਖਦ ਮੰਤਰ ਤੰਤਰ ਪਰ ਦੁਖ ਹਰ,
ਸਰਬ ਰੋਗ ਖੰਡਨ ਗੁਣਕਾਰੀ। ਤਨ ਦੇ ਰੋਗ ਤਾਂ ਸਾਡੇ ਮਾਲਕ ਦੇ ਨਾਮ ਰੂਪੀ ਸਿਮਰਨ ਨੇ ਖਤਮ ਕਰ ਲਈਆਂ, ਉਹ ਸਾਡੇ ਮਨ ਦੇ ਰੋਗ ਵੀ ਖਤਮ ਕਰ ਦਿੰਦਾ। ਮਨ ਦੇ ਰੋਗ ਕੀ ਆ? ਮਹਾਰਾਜ ਕਹਿੰਦੇ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ। ਕਾਮ ਵਾਸ਼ਨਾ ਦੇ ਰੋਗ ਨੇ, ਕ੍ਰੋਧ ਦੇ ਰੋਗ ਨੇ, ਅਹੰਕਾਰ ਦਾ ਰੋਗ ਆ। ਮਦ ਕਹਿੰਦੇ ਅਹੰਕਾਰ ਨੂੰ, ਮਤਸਰ ਕਹਿੰਦੇ ਨੇ ਈਰਖਾ ਨੂੰ। ਇਹੋ ਜਿਹੇ ਜਿਹੜੇ ਭਿਆਨਕ ਸਾਡੇ ਮਨ ਨੂੰ ਲੱਗੇ ਹੋਏ ਰੋਗ ਨੇ, ਇਹ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਬਿਨ ਸਜਾਹੇ ਹਰ ਨਾਮ ਉਚਾਰੀ। ਜਦੋਂ ਅਸੀਂ ਆਪਣੀ ਰਚਨਾ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਾਂ, ਉਚਾਰਨ ਕਰਦੇ ਹਾਂ, ਇਹ ਸਾਡੇ ਮਨ ਦੇ ਰੋਗ ਕਾਮ ਕ੍ਰੋਧ ਹੰਕਾਰ ਈਰਖਾ ਤ੍ਰਿਸ਼ਨਾ ਆਦਿਕ ਰੋਗ, ਇਹ ਵੀ ਸਤਿਗੁਰੂ ਕਹਿੰਦੇ ਖਤਮ ਹੋ ਜਾਂਦੇ ਆ। ਇਸ਼ਨਾਨ ਦਾਨ ਤਪਨ ਸੋਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ। ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਚਰਨ ਆ ਕੇ ਵਸ ਜਾਂਦੇ ਆ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਸਾਡੇ ਅੰਦਰ ਚੱਲਦਾ ਧੁਨਾਂ ਦੇ ਰੂਪ 'ਚ, ਉਹਨੂੰ ਅਕਾਲ ਪੁਰਖ ਦੇ ਚਰਨ ਕਿਹਾ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਜੀਵ ਇੱਥੇ ਤੱਕ ਪਹੁੰਚ ਜਾਂਦੇ ਆ, ਉਹਨਾਂ ਦੇ ਤਾਂ ਵਾਰ ਸਿਰ ਤੀਰਥਾਂ ਤੇ ਇਸ਼ਨਾਨ ਦਾਨ ਕਰਨੇ, ਵੱਡੇ ਵੱਡੇ ਤਪ ਕਰਨੇ, ਸਰੀਰ ਨੂੰ ਪਵਿੱਤਰ ਕਰਨ ਲਈ ਆਪਣੀਆਂ ਕਿਰਿਆਵਾਂ ਕਰਨੀਆਂ, ਇਹ ਸਾਰੇ ਕੁਝ ਉਸ ਮਾਲਿਕ ਦੇ ਚਰਨ ਕਮਲ ਹਿਰਦੇ 'ਚ ਵਸਣ ਦੇ ਨਾਲ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਖੜਦਾ ਜੀਵ ਇਸ਼ਨਾਨ ਦਾਨ ਤਪਨ ਸੱਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ। ਕਿਉਂਕਿ ਇਹ ਸਾਰੇ ਕਰਮ ਤਾਂ ਹੀ ਕਰਨੇ ਹੁੰਦੇ ਆ ਜਦੋਂ ਮਾਲਕ ਕੇ ਸਾਡੇ ਹਿਰਦੇ ਦੇ ਅੰਦਰ ਮਾਲਕ ਦੇ ਚਰਨ ਆ ਕੇ ਵਸ ਜਾਣ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇਹਨਾਂ ਸਾਰਿਆਂ ਤੋਂ ਉੱਤੇ ਉੱਠ ਖੜਦਾ ਜੀਵ। ਸਾਜਨ ਮੀਤ ਸਖਾ ਹਰ ਬੰਧਪ ਜੀ ਪ੍ਰਾਣ ਜੀ ਧਾਨ ਪ੍ਰਭ ਪ੍ਰਾਣ ਆਧਾਰੀ। ਕਹਿੰਦੇ ਦੁਨੀਆ ਦੇ ਮਿੱਤਰ ਨੇ, ਸੱਜਣ ਨੇ, ਮਿੱਤਰ ਨੇ, ਸਾਡੇ ਸਕੇ ਸੰਬੰਧੀ ਨੇ, ਸਾਡੇ ਰਿਸ਼ਤੇਦਾਰ ਨੇ, ਆਮ ਜੀਵ, ਇਹਨਾਂ ਦਾ ਆਸਰਾ ਆਪਾਂ ਸਾਰੇ ਸਕਦੇ ਹਾਂ ਕਿ ਜੇ ਕੋਈ ਮੁਸ਼ਕਲ ਦਾ ਸਮਾਂ ਸਾਡੇ ਤੇ ਆਵੇ, ਇਹ ਸਾਡੇ ਵੀ ਸੰਗੀ ਸਾਥੀ ਹੈ। ਪਰ ਇਹ ਤਾਂ ਸਾਰੇ ਸੰਗੀ ਸਾਥੀ ਸੁੱਖਾਂ ਦੇ ਆ। ਤੇ ਮਹਾਰਾਜ ਕਹਿੰਦੇ ਜਿਹੜੇ ਜੀ ਫਿਰ ਪਰਮਾਤਮਾ ਦੀ ਭਜਨ ਬੰਦਗੀ 'ਚ ਲੱਗ ਜਾਂਦੇ ਆ, ਉਹ ਫਿਰ ਕਿਹਨੂੰ ਆਪਣਾ ਆਸਰਾ ਤੱਕਦੇ ਆ? ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਜਿਹੜਾ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ, ਜਿਹਦਾ ਸਿਮਰਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਉਤਰ ਜਾਂਦੀ ਆ। ਜੀ ਧਾਨ ਪ੍ਰਾਣ ਪ੍ਰਭ ਪ੍ਰਾਣ ਆਧਾਰੀ। ਜਿਹੜਾ ਸਾਰੇ ਜੀਵਾਂ ਨੂੰ ਖਾਣ ਵਾਸਤੇ ਰਿਜ਼ਕ ਦੇ ਰਿਹਾ, ਉਹ ਪਰਮਾਤਮਾ ਸਾਡੇ ਪ੍ਰਾਣਾਂ ਦਾ ਆਸਰਾ ਹੈ। ਓਟ ਗਹੀ ਸਮਰੱਥ ਸੁਆਮੀ ਨਾਨਕ ਦਾਸ ਸਦਾ ਬਲਿਹਾਰੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਹੈ ਕਿ ਅਸੀਂ ਉਸ ਮਾਲਕ ਸਮਰੱਥ ਸੁਆਮੀ, ਓਟ ਗਹੀ ਸਮਰੱਥ ਹੈ ਸੁਆਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ। ਕਹਿੰਦੇ ਅਸੀਂ ਫਿਰ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਸਕਦੇ ਹਾਂ, ਜਿਹੜਾ ਸਾਰਾ ਕੁਝ ਕਰਨ ਕਾਰਨ ਦੇ ਸਮਰੱਥ ਹੈ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਐ ਨਾਨਕ ਦਾਸ ਸਦਾ ਬਲਿਹਾਰੀ। ਐ ਗੁਰੂ ਨਾਨਕ ਮੈਂ ਦਾਸ ਤੇਰੇ ਤੋਂ ਸਦਾ ਸਦਾ ਬਲਿਹਾਰ ਬਲਿਹਾਰ ਜਾਨਾ। ਅਗਲੇ ਸਵਈਏ ਦੇ ਅੰਦਰ ਹੁਣ ਪਾਤਸ਼ਾਹ ਸਮਝਾ ਰਹੇ ਆ ਕਿ ਜੇ ਮਾਲਕ ਦੀ ਕਿਰਪਾ ਦੇ ਅਸੀਂ ਪਾਤਰ ਬਣ ਜਾਂਦੇ ਹਾਂ, ਉਹਦੀ ਨਜ਼ਰ ਸਾਡੇ ਤੇ ਹੋ ਜਾਂਦੀ ਆ, ਉਹਦੀ ਨਾਮ ਰੂਪੀ ਜਿਹੜੀ ਦਾਤ ਆ ਸਾਨੂੰ ਪ੍ਰਾਪਤ ਹੋ ਜਾਂਦੀ ਆ। ਮਹਾਰਾਜ ਕਹਿੰਦੇ ਆਬਦ ਕੱਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ। ਜਿਹੜੇ ਜੀਵ ਦਾ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਪਿਆਰ ਪੈ ਗਿਆ ਨਾ, ਉਹ ਦੁਨੀਆ ਦੇ ਕਿਸੇ ਵੀ ਸ਼ਾਸਤਰ ਦੇ ਨਾਲ ਕੱਟਿਆ ਨਹੀਂ ਜਾਂਦਾ। ਪ੍ਰੇਮ ਕਾਹਦੇ ਨਾਲ ਕੱਟਿਆ ਜਾਵੇਗਾ? ਕਿਉਂਕਿ ਜਿਹੜੇ ਜੀਵ ਦਾ ਪਰਮਾਤਮਾ ਦੇ ਚਰਨ ਕਮਲਾਂ ਨਾਲ ਪਿਆਰ ਪਾ ਗਿਆ,
ਉਹਨੂੰ ਦੁਨੀਆ ਦੇ ਕੋਈ ਵੀ ਆ ਵਿਚਾਰ, ਫੁਰਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਲਹਿਰਾਂ ਜਿਹੜੇ ਸ਼ਾਸਤਰ ਨੇ, ਕਿਉਂਕਿ ਇਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਰਮਾਤਮਾ ਦੇ ਨਾਲੋਂ ਤੋੜ ਰਹੀਆਂ। ਪੰਚ ਦੂਤ ਮਿਲ ਪਿਰੋ ਵਿਛੋੜੀ, ਨਹੀਂ ਤਾਂ ਜੀਵ ਰੂਪੀ ਇਸਤਰੀ ਤੇ ਪਤੀ ਪਰਮਾਤਮਾ ਦੀ ਬਹੁਤ ਨੇੜਤਾ ਹੈ। ਇਹਨਾਂ ਦੇ ਮਿਲਾਪ ਦਾ ਨਾਂ ਕਾਰਨ ਹੈ ਇਹ ਪੰਜੇ ਦੂਤ ਜਿਹੜੇ ਵਿਚਾਰ ਬਣਾ ਕੇ ਸਾਨੂੰ ਦੂਰ ਕਰੀ ਫਿਰਦੇ ਆ। ਪਰ ਜਦੋਂ ਸਾਡਾ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਮਿਲਾਪ ਹੋ ਗਿਆ, ਫਿਰ ਇਹਨਾਂ ਦਾ ਕੋਈ ਵੀ ਸ਼ਾਸਤਰ, ਵਿਚਾਰਾਂ ਰੂਪੀ ਜਿਹੜਾ ਸ਼ਾਸਤਰ ਹੈ, ਉਹ ਸਾਨੂੰ ਪਰਮਾਤਮਾ ਦੇ ਨਾਲੋਂ ਤੋੜ ਨਹੀਂ ਸਕਦਾ। ਮਹਾਰਾਜ ਸਮਝਾ ਰਹੇ ਆ, ਦਾਵਨ ਬੰਧਿਓ ਨਾ ਜਾਤ, ਵਿਦੇ ਮਨ ਦਰਸ ਮਗ। ਜਿਹੜੇ ਜੀਵਾਂ ਦੇ ਮਨ ਪਰਮਾਤਮਾ ਦੇ ਦਰਸ਼ਨ ਦਿਦਾਰਿਆਂ ਦੇ ਪਿਆਸੇ ਹੋ ਕੇ ਉਸ ਮਾਲਕ ਦੇ ਮਿਲਾਪ ਦੀ ਪ੍ਰਾਪਤੀ ਕਰ ਲੈਂਦੇ ਆ, ਕਹਿੰਦੇ ਉਹਨਾਂ ਨੂੰ ਦੁਨੀਆ ਦੀ ਕੋਈ ਵੀ ਰੁਕਾਵਟ, ਕੋਈ ਵੀ ਸਾਡੇ ਮਨ ਨੂੰ ਕੋਈ ਐਸੀ ਰੱਸੀ ਨਹੀਂ ਬੰਨੀ ਹੋਈ, ਰੱਸੀ ਨਹੀਂ ਬਣੀ ਜਿਹੜੀ ਸਾਨੂੰ ਮਾਲਕ ਦੇ ਮਿਲਾਪ ਤੋਂ ਰੋਕ ਸਕੇ। ਕਿਉਂਕਿ ਇਹ ਸਾਡੇ ਮਨ ਦੇ ਵਿਚਾਰ, ਫੁਰਨੇ, ਇਹੀ ਰੁਕਾਵਟਾਂ ਨੇ, ਇਹੀ ਰੱਸੀਆਂ ਨੇ ਜਿਹੜੀਆਂ ਸੰਸਾਰ ਦੀਆਂ ਮੋਹ ਰੂਪੀ ਰੱਸੀਆਂ ਸਾਨੂੰ ਇੰਨਾ ਬੰਨੀ ਬੈਠੀਆਂ, ਵਿਚਾਰਾਂ ਰੂਪੀ ਰੱਸੀਆਂ ਇੰਨਾ ਸਾਨੂੰ ਬੰਨੀ ਬੈਠੀਆਂ ਕਿ ਸਾਨੂੰ ਸਾਡੇ ਮਾਲਕ ਵੱਲ ਝਾਕਣ ਵੀ ਨਹੀਂ ਦਿੰਦੀਆਂ। ਆਪਾਂ ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਜਿੰਨੀ ਜਿੰਨੀ ਸਾਡੀ ਉਮਰ ਹੋ ਚੁੱਕੀ ਆ, ਅਸੀਂ ਅਜੇ ਤੱਕ ਨਾ ਇਸ ਸਰੀਰ 'ਚ ਰਹਿੰਦੇ ਆਪਣੇ ਬਾਪ ਪਰਮਾਤਮਾ ਦੀ ਆਵਾਜ਼ ਨੂੰ ਸੁਣਿਆ, ਅਸੀਂ ਉਹਦਾ ਸਰੂਪ ਵੀ ਭੁੱਲ ਗਏ। ਇੱਥੋਂ ਤੱਕ ਕਿ ਅਸੀਂ ਆਪਣੇ ਆਪ ਦਾ ਸਰੂਪ ਵੀ ਭੁੱਲੇ ਬੈਠੇ ਆ। ਅਸੀਂ ਆਪਦੇ ਸਰੀਰ ਨੂੰ ਤਾਂ ਜਾਣਦੇ ਆ, ਪਰ ਮਨ ਦੇ ਸਰੂਪ ਨੂੰ ਨਹੀਂ ਵੇਖਿਆ। ਮਹਾਰਾਜ ਗੁਰਬਾਣੀ ਅੰਦਰ ਆਪਾਂ ਨੂੰ ਸਮਝਾ ਰਹੇ ਆ, ਇਸ ਤਨ ਮੈਂ ਮਨ ਕੋਈ ਗੁਰਮੁਖ ਵੇਖੈ। ਕੋਈ ਵਿਰਲੇ ਵਿਰਲੇ ਜੀਵ ਆ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕਰਕੇ ਇਸ ਤਨ ਦੇ ਅੰਦਰ ਆਪਣੇ ਮਨ ਨੂੰ ਵੇਖ ਲਿਆ। ਨਹੀਂ ਤਾਂ ਸਰੀਰ ਨੂੰ ਹੀ ਸਾਰਾ ਸੰਸਾਰ ਵੇਖੀ ਜਾਂਦਾ। ਜੋ ਨਾਸ਼ਵੰਤ ਹੈ ਆਪਣੇ ਮਨ ਤੋਂ ਬਹੁਤ ਦੂਰ ਚਲੇ ਗਏ, ਨਾ ਆਪਣਾ ਮਨ ਦਿਖਾਈ ਦਿੰਦਾ, ਨਾ ਆਪਣਾ ਪਿਤਾ ਪਰਮਾਤਮਾ ਦੇਖਿਆ, ਨਾ ਇਸ ਸਰੀਰ ਦੇ ਅੰਦਰ ਬੈਠਾ ਮਾਲਕ ਹੈ ਉਹਦੀ ਆਵਾਜ਼ ਸੁਣੀ। ਤੇ ਫਿਰ ਮਹਾਰਾਜ ਕਹਿੰਦੇ ਕਿੱਡੇ ਕੁ ਸਿਆਣੇ ਆ ਬਈ ਆਪਾਂ, ਜਿਨ੍ਹਾਂ ਨੇ ਆਪਣੇ ਪਿਤਾ ਪਰਮਾਤਮਾ ਨਾਲ ਪਿਆਰ ਨਹੀਂ ਪਾਇਆ, ਆਪਣੇ ਆਪ ਦੀ ਪਛਾਣ ਨਹੀਂ ਕੀਤੀ ਤੇ ਨਾ ਆਪਣੇ ਪਿਤਾ ਦੀ ਆਵਾਜ਼ ਸੁਣੀ। ਇਸੇ ਕਰਕੇ ਸਤਿਗੁਰੂ ਸਮਝਾ ਰਹੇ ਹਨ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਪਰਮਾਤਮਾ ਦੇ ਦਰਸ਼ਨ ਦੇ ਨਾਲ ਜੋੜ ਲਿਆ, ਅਭੇਦ ਹੋ ਗਏ, ਉਹਨਾਂ ਨੂੰ ਦੁਨੀਆ ਦੀ ਕੋਈ ਵੀ ਰੁਕਾਵਟ, ਕੋਈ ਵੀ ਰੱਸੀ ਬੰਨ ਨਹੀਂ ਸਕਦੀ। ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲੱਗ। ਜਿਹੜੇ ਗੁਰਮੁਖ ਜਨਾਂ ਨੇ ਆਪਣੇ ਮਨ ਨੂੰ ਪਰਮਾਤਮਾ ਦੀ ਚਰਨ ਧੂੜੀ ਦੇ ਨਾਲ ਜੋੜ ਲਿਆ, ਉਹਨਾਂ ਨੂੰ ਤਾਂ ਕਹਿੰਦੇ ਕਿਸੇ ਤਰ੍ਹਾਂ ਦੀ ਜਿਹੜੀ ਅਗਨ ਹੈ ਉਹ ਵੀ ਸਾੜ ਨਹੀਂ ਸਕਦੀ। ਨਾ ਕ੍ਰਿਸ਼ਨਾ ਰੂਪੀ ਅਗਨ ਸਾੜੇ, ਨਾ ਵੀ ਜਿਹੜੀਆਂ ਚਾਰ ਨਦੀਆਂ ਦੱਸੀਆਂ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਨਾ ਈਰਖਾ ਰੂਪੀ ਅਗਨ ਸਾੜੇ, ਪ੍ਰਤੱਖ ਅਗਨ ਵੀ ਨਹੀਂ ਸਾੜਦੀ। ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਿਆਰੇ ਸਿੱਖ ਭਾਈ ਬਿਧੀ ਚੰਦ ਜੀ ਜਦੋਂ ਕਾਬਲ ਤੋਂ ਆਈ ਸੰਗਤ ਤੋਂ ਪੱਟੀ ਦੇ ਰਾਜਿਆਂ ਨੇ ਦਸ਼ਾਲੇ ਖੋਲੇ, ਉਹਨੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਂ ਤੁਹਾਡੇ ਵਾਸਤੇ ਬੜੇ ਕੀਮਤੀ ਦਸ਼ਾਲੇ ਲੈ ਕੇ ਆਇਆ ਸੀ, ਪੱਟੀ ਦੇ ਹਾਕਮਾਂ ਨੇ ਮੈਥੋਂ ਧੱਕੇ ਨਾਲ ਖੋਲੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਇਸ਼ਾਰਾ ਕੀਤਾ, ਉਹ ਪੱਟੀ ਦੇ ਅੰਦਰ ਭੇਸ ਬਟਾ ਕੇ ਗਏ, ਪਠਾਣੀਆਂ ਵਾਲਾ ਭੇਸ ਕੀਤਾ ਤੇ ਆਪਣੀ ਤੀਖਣ ਬੁੱਧੀ ਦੇ ਨਾਲ ਉਹਨਾਂ ਮਹਿਲਾਂ ਦੇ ਅੰਦਰ ਜਾ ਕੇ ਦੁਸ਼ਾਲੇ, ਸ੍ਰੀ ਸਾਹਿਬ, ਵੱਡਾ ਕਿਰਪਾਨ ਥੱਲੇ ਲੁਕੋ ਕੇ ਲੈ ਗਏ ਤੇ ਉਹਨਾਂ ਤੋਂ ਵਾਪਸ ਕਰਾਏ। ਜਿਉਂ ਹੀ ਬਾਹਰ ਨਿਕਲੇ ਉਹਨਾਂ ਨੇ ਰੌਲਾ ਪਾਤਾ ਕਿ ਜੀ ਚੋਰ ਚੋਰ, ਘੇਰਾ ਪੈ ਗਿਆ। ਹੁਣ ਭਾਈ ਬਿਧੀ ਚੰਦ ਨੂੰ ਪੱਟੀ ਸ਼ਹਿਰ ਦੇ ਅੰਦਰ ਲੁਕਣ ਲਈ ਕੋਈ ਜਗ੍ਹਾ ਨਾ ਲੱਭੀ। ਕੀ ਹੋਇਆ, ਇੱਕ ਮਹਿਰਾ ਸਿੱਖ ਭੱਠੀ ਦੇ ਉੱਤੇ ਗਾਣੇ ਭੁੰਨ ਰਿਹਾ ਸੀ। ਉਹਨੂੰ ਬੇਨਤੀ ਕੀਤੀ, ਸਿੱਖਾ, ਮੈਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹਾਂ, ਮੇਰਾ ਨਾਮ ਬਿਧੀ ਚੰਦ ਆ,
मैं दशाले इन्हां दे हाकमां दे मेज़ां चों लिआया, मैनू घेरा पै गया, मैनू कोई लुकण नूं जगह दिओ। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਫਿਰ ਸੱਜਣਾ ਭੱਠ ਹੀ ਆ। ਉਹ ਕਹਿੰਦਾ ਫਿਰ ਚੁੱਕ ਕੜਾਹੀ। ਉਹਨਾਂ ਨੇ ਕੜਾਹੀ ਉੱਪਰ ਚੁੱਕੀ ਤੇ ਭਾਈ ਵਿਧੀ ਚੰਦ ਭੱਠ ਦੇ ਅੰਦਰ ਲੁਕ ਕੇ ਬਹਿ ਗਏ। ਇੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖਤ ਵਿਖੇ ਦੀਵਾਨ ਚੱਲ ਰਿਹਾ ਸੀ। ਜਦੋਂ ਇਹ ਸਿੱਖ ਨੇ ਅੰਤਰਮੁਖ ਹੋ ਕੇ ਬੇਨਤੀ ਕੀਤੀ, ਉਸੇ ਸਮੇਂ ਦੀਵਾਨ ਦੀ ਸਮਾਪਤੀ ਕਰਾਤੀ ਤੇ ਸਿੱਖ ਸੇਵਕਾਂ ਨੂੰ ਬਚਨ ਕੀਤਾ ਕਿ ਭਾਈ ਲਿਆ ਕੇ ਪਾਣੀ ਸਾਡੇ ਸਰੀਰ ਦੇ ਉੱਪਰ ਪਾਓ। ਸਾਰੇ ਸਿੱਖਾਂ ਨੇ ਅਚਰਜ ਕੌਤਕ ਵੇਖਿਆ। ਸਰੋਵਰ ਦੇ ਅੰਦਰੋਂ ਆਪੋ ਆਪਣੇ ਸਾਧਨ ਦੇ ਨਾਲ ਪਾਤਸ਼ਾਹ ਦੇ ਪਿੰਡੇ ਤੇ ਪਾਣੀ ਪਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਜਦੋਂ ਦੂਸਰੇ ਦਿਨ ਵਿਧੀ ਚੰਦ ਉਧਰੋਂ ਹਨੇਰਾ ਹੋਏ ਤੋਂ ਫਿਰ ਜਦੋਂ ਟਿਕਾਊ ਹੋ ਗਿਆ, ਵਿਧੀ ਚੰਦ ਜੀ ਉੱਥੋਂ ਨਿਕਲ ਕੇ ਆਏ। ਦੂਸਰੇ ਦਿਨ ਦਰਬਾਰ ਦੇ ਅੰਦਰ ਪੇਸ਼ ਹੋਏ ਤੇ ਮਹਾਰਾਜ ਦੇ ਚਰਨਾਂ 'ਚ ਦੁਸ਼ਾਲੇ ਰੱਖੇ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਮੈਨੂੰ ਅੱਗ ਦੇ ਅੰਦਰੋਂ ਬਚਾਇਆ। ਮਹਾਰਾਜ ਕਹਿੰਦੇ ਵਿਧੀ ਚੰਦ ਤੇਰਾ ਪਿਆਰ ਹੀ ਸਾਨੂੰ ਖਿੱਚ ਕੇ ਲੈ ਗਿਆ, ਸਾਡੇ ਸਰੀਰ ਦੀ ਹਾਲਤ ਵੇਖ। ਉਹਨਾਂ ਦੇ ਮਹਾਰਾਜ ਦੇ ਪਿੰਡੇ ਦੇ ਉੱਪਰ ਕਹਿੰਦੇ ਛਾਲੇ ਹੋਏ ਪਏ ਸੀ, ਕਿਉਂਕਿ ਇੱਥੇ ਬੈਠਿਆਂ ਨੇ ਮਾਲਕ ਦੇ ਗੁਰੂ ਨੇ ਆਪਣੇ ਸਿੱਖ ਦੀ ਰੱਖਿਆ ਕੀਤੀ। ਇੱਥੇ ਹੁਣ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲੱਗ। ਇਹ ਤਾਂ ਬਾਹਰੀ ਦ੍ਰਿਸ਼ਟਮਾਨ ਸਾਖੀ। ਕਹਿੰਦੇ ਫਿਰ ਕਿਹੜੇ ਜੀਵ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜ ਜਾਂਦੇ ਆ, ਉਹਨਾਂ ਨੂੰ ਆ ਸੰਸਾਰ ਦੀ ਜਿਹੜੀ ਅਗਨ ਹੈ, ਅਗਨ ਕਟੰਬ ਸਾਗਰ ਸੰਸਾਰ, ਜਿਹਦੇ ਅੰਦਰ ਸਾਰਿਆਂ ਦੇ ਮਨ ਅਸ਼ਾਂਤ ਹੋਏ ਪਏ ਆ, ਸੜ ਰਹੇ ਆ, ਦੁਰਮਤ ਦੀ ਅਗਨ ਹੈ ਜਿਹੜੀ ਸਾਰੇ ਸੰਸਾਰ ਨੂੰ ਸਾੜ ਰਹੀ ਹੈ। ਦੁਰਮਤ ਅਗਨ ਜਗਤ ਪ੍ਰਜਾਰੈ। ਅੱਜ ਸੜ ਰਿਹਾ ਨਾ ਜੀ ਸਾਰਾ ਸੰਸਾਰ। ਇੱਕ ਪਰਿਵਾਰ ਤੋਂ ਲੈ ਕੇ ਸਾਰਾ ਸੰਸਾਰ ਈਰਖਾ, ਨਫ਼ਰਤ, ਦੁਬਦਾ ਦੀਆਂ ਲਹਿਰਾਂ ਦੇ ਅੰਦਰ ਸੜ ਰਿਹਾ। ਮਹਾਰਾਜ ਕਹਿੰਦੇ ਜਿਹੜੇ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਆ ਵੀ ਉਹਨਾਂ ਨੂੰ ਇਹ ਨਾ ਕੋਈ ਬਾਹਰੀ ਅੱਗ ਨਾ ਕੋਈ ਅੰਤਰੀਵ ਅੱਗ ਉਹਨਾਂ ਦੇ ਮਨਾਂ ਨੂੰ ਸਾੜ ਨਹੀਂ ਸਕਦੀ। ਨੀਰ ਨਾ ਖਾਕਸ ਬੋਰ ਚੱਲੇ ਹਰ ਪੰਥ ਪੱਗ। ਕਹਿੰਦੇ ਜਿਹੜੇ ਜੀਵ ਪਰਮਾਤਮਾ ਦੇ ਰਸਤੇ ਚੱਲ ਪਏ, ਉਸ ਰਸਤੇ ਦੇ ਉੱਪਰ ਪੈਰ ਧਰ ਲਿਆ, ਉਹਨਾਂ ਨੂੰ ਫਿਰ ਇਹ ਪਾਣੀ ਦੀਆਂ ਲਹਿਰਾਂ ਸੰਸਾਰ ਦੇ ਅੰਦਰ ਜਿਹੜੀਆਂ ਚੱਲ ਰਹੀਆਂ ਨਾ ਲਹਿਰਾਂ, ਇਹ ਡਬੋ ਨਹੀਂ ਸਕਦੀਆਂ। ਜਿੱਡਾ ਮਰਜੀ ਮਹਾਰਾਜ ਕਹਿੰਦੇ, ਕਿਉਂਕਿ ਬੰਦ ਟੁੱਟਾ ਬੇੜੀ ਨਹੀਂ ਨਾ ਕੁਲਹਾ ਨਾ ਹਾਥ। ਸਾਡਾ ਮਨ ਕਿਹੜੀਆਂ ਲਹਿਰਾਂ 'ਚ ਡੁੱਬਦਾ, ਇੱਕ ਤਾਂ ਪ੍ਰਤੱਖ ਪਾਣੀ ਹੈ ਜਿਹਦੇ 'ਚ ਆਪਾਂ ਸਰੀਰ ਕਰਕੇ ਡੁੱਬਦੇ ਆ, ਇੱਕ ਸਾਡਾ ਇਹ ਭਵ ਸਾਗਰ ਆ ਵਿਚਾਰਾਂ ਦਾ ਜਿਹਦੇ 'ਚ ਬਿਨਾਂ ਪਾਣੀ ਤੋਂ ਜੀਵ ਡੁੱਬ ਰਹੇ ਆ। ਡੂਬ ਮੋਏ ਬਿਨ ਪਾਣੀ। ਕਿਉਂਕਿ ਜਿਉਂ ਜਿਉਂ ਅਸੀਂ ਪਰਮੇਸ਼ਰ ਦੇ ਨਾਮ ਤੋਂ ਟੁੱਟਦੇ ਆ ਸੰਸਾਰ ਦੇ ਭਵ ਸਾਗਰ ਦੇ ਅੰਦਰ ਇੰਨੇ ਡੁੱਬ ਰਹੇ ਆ, ਕਈ ਵਾਰ ਤਾਂ ਸਾਡਾ ਸਾਹ ਵੀ ਘੁੱਟਿਆ ਜਾਂਦਾ। ਕਿਉਂਕਿ ਬਹੁਤ ਸਾਰੇ ਕਈ ਵਾਰ ਜੀਵਨ 'ਚ ਐਸੇ ਦੁੱਖ, ਐਸੀ ਮਨਾਂ ਦੀ ਹਾਲਤ ਹੋ ਜਾਂਦੀ ਆ ਤੇ ਜੀਵ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ। ਐਸਾ ਹੀ ਖੇਡ ਹੈ ਜਿਹੜੇ ਜੀਵ ਫਿਰ ਇਹ ਅਗਨ ਨੂੰ ਬੁਝਾਉਣ ਵਾਸਤੇ ਪਰਮਾਤਮਾ ਦੇ ਨਾਮ ਨੂੰ ਸਵਾਸਾਂ ਦੇ ਨਾਲ ਮਿਲਾ ਕੇ ਜਪਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੇ ਮਨ ਨੂੰ ਠੰਡਕ ਮਿਲਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦਾ ਸਾਹ ਸੌਖਾ ਆਉਣਾ ਸ਼ੁਰੂ ਹੋ ਜਾਂਦਾ। ਉਹਨਾਂ ਨੂੰ ਆ ਪਰਮਾਤਮਾ ਦੇ ਨਾਮ ਦੇ ਸੰਗ ਕਰਕੇ ਭਵ ਸਾਗਰ ਸੰਸਾਰ 'ਚੋਂ ਉੱਪਰ ਉੱਠ ਕਰਦੇ ਆ, ਡੁੱਬਦੇ ਨਹੀਂ। ਆਪਾਂ ਰੋਜ਼ ਦੋਹਰਾ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖੱਗ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਝਾ ਰਹੇ ਆ, ਜਿਨ੍ਹਾਂ ਨੇ ਫਿਰ ਵੀ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ 'ਚ ਪਛਾਉਣਾ ਕੀਤਾ, ਉਹਨਾਂ ਦੇ ਸਾਰੇ ਰੋਗ ਦੋਖ ਪਾਪ ਮੋਹ ਇਹ ਛੱਡੇ ਜਾਂਦੇ ਆ, ਖਤਮ ਹੋ ਜਾਂਦੇ ਆ ਹਰ ਨਾਮ ਠੱਗ ਪਰਮਾਤਮਾ ਦੇ ਨਾਮ ਦੀ ਤਾਕਤ ਦੇ ਨਾਲ। ਅਖੀਰਲੇ ਸਵਈਏ ਦੇ ਅੰਦਰ, ਕਿਉਂਕਿ ਇਹ 11 ਸਵਈਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚੱਲ ਰਹੇ ਆ, ਅਖੀਰਲੇ ਸਵਈਏ ਦੇ ਅੰਦਰ ਹੁਣ ਆਪਾਂ ਨੂੰ ਸਮਝਾ ਰਹੇ ਆ
ਕਹਿੰਦੇ ਉਦਮ ਕਰ ਲਾਗੇ ਬਹੁ ਭਾਤੀ, ਵਿਚਰੇ ਅਨਕ ਸ਼ਾਸਤਰ ਬਹੁ ਖਟਿਆ। ਕਹਿੰਦੇ ਬਹੁਤ ਸਾਰੇ ਜੀਵ ਇਹ ਸੰਸਾਰ ਦੇ ਦੁੱਖਾਂ ਤੋਂ ਬੰਦ ਖਲਾਸੀ ਪਾਉਣ ਵਾਸਤੇ, ਸੰਸਾਰ ਭਵ ਸਾਗਰ ਦੇ ਅੰਦਰ ਸੁੱਖ ਪ੍ਰਾਪਤ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਉਦਮ ਕਰਕੇ ਲੱਗੇ ਹੋਏ ਆ। ਉਦਮ ਕਰ ਲਾਗੇ ਬਹੁ ਭਾਤੀ, ਕਿਹੋ ਜਿਹੇ ਉਦਮ, ਵਿਚਰੇ ਅਨਕ ਸ਼ਾਸਤਰ ਬਹੁ ਖਟੂਆ। ਕਹਿੰਦੇ ਜਿਹੜੇ 6 ਸ਼ਾਸਤਰ ਬਹੁਤ ਸਾਰੇ ਲੋਕ ਪੜ੍ਹਦੇ ਆ, ਖਟੂਆ ਕਹਿੰਦੇ ਆ 6 ਨੂੰ। ਕਹਿੰਦੇ ਉਹ ਆਪੋ ਆਪਣੇ ਧਰਮ ਅਨੁਸਾਰ ਕੋਈ ਆਦਮ ਕਰਕੇ ਲੱਗੇ ਹੋਏ ਆ, ਧਾਰਮਿਕ ਸਥਾਨਾਂ ਤੇ ਜਾਂਦੇ ਆ ਤੇ 6 ਸ਼ਾਸਤਰਾਂ ਨੂੰ ਪੜ੍ਹਦੇ ਆ। ਭਸਮ ਲਗਾਏ ਤੀਰਥ ਬਹੁ ਭਰਮ ਤੇ, ਸੂਖਮ ਦੇ ਬੰਦੇ ਬਹੁ ਜਟੂਆ। ਬਹੁਤ ਸਾਰੇ ਜੀਵ ਧਰਮ ਦੇ ਰਸਤੇ ਚੱਲ ਕੇ ਆਪਣੇ ਇਹ ਸਰੀਰਾਂ ਦੇ ਉੱਪਰ ਸੁਆਹ ਮਲ ਕੇ ਚੱਲ ਰਹੇ ਆ। ਭਸਮ ਲਗਾਏ ਤੀਰਥ ਬਹੁ ਭਰਮ ਤੇ, ਬਹੁਤ ਸਾਰੇ ਤੀਰਥਾਂ ਦੇ ਉੱਪਰ ਜਾਂਦੇ ਆ, ਪਿੰਡੇ ਦੇ ਉੱਪਰ ਸੁਆਹ ਮਲੀ ਹੋਈ ਆ। ਸੂਖਮ ਦੇ, ਬਹੁਤ ਸਾਰੇ ਜੀਵਾਂ ਨੇ ਆ ਮਨ ਹੱਠ ਤਪ ਕਰਕੇ, ਕਿਸੇ ਨੇ ਧੂਈਆਂ ਤਾਪੀਆਂ, ਕੋਈ ਪੁੱਠਾ ਲਟਕਿਆ, ਕੋਈ ਜੰਗਲਾਂ 'ਚ ਗਿਆ, ਕਿਸੇ ਨੇ ਭੋਜਨ ਛੱਡਤਾ। ਉਹਨਾਂ ਨੇ ਆਪਣੇ ਸਰੀਰ ਨੂੰ ਵੀ ਬਹੁਤ ਕਮਜ਼ੋਰ ਕੀਤਾ ਹੋਇਆ। ਸੌਖਾ ਤਾਂ ਹੈ ਨਹੀਂ ਕੰਮ ਵੀ। ਗਰਮੀ ਦੇ ਅੰਦਰ ਧੂਈਆਂ ਤਾਪਣੀਆਂ, ਸਿਆਲਾਂ ਦੇ ਅੰਦਰ ਜਲ ਧਾਰੇ ਕਰਨੇ, ਤੇ ਫਿਰ ਹੋਰ ਬਹੁਤ ਸਾਰੇ ਕਰਮ ਕਰਨੇ, ਭੁੱਖੇ ਰਹਿਣਾ, ਆਪਣੇ ਸਰੀਰ ਨੂੰ ਕਮਜ਼ੋਰ ਕਰ ਲੈਣਾ ਕਿ ਇਹ ਗਿਆਨ ਤੇ ਕਰਮ ਇੰਦਰੀਆਂ ਸਾਨੂੰ ਤੰਗ ਨਾ ਕਰਨ। ਵੇਖਿਆ ਬਹੁਤ ਸਾਰੇ ਜੀਵ ਐਸੇ ਰਸਤੇ ਚੱਲ ਕੇ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋ ਜਾਂਦੇ ਆ। ਸੂਖਮ ਦੇ ਬੰਦੇ ਬਹੁਤ ਜਟੂਆ। ਕਈਆਂ ਨੇ ਆਪਣੇ ਸਿਰਾਂ ਦੇ ਉੱਪਰ ਆਪਣੇ ਵਾਲਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਜਟਾਂ ਵੀ ਬਣਾਈਆਂ ਹੋਈਆਂ। ਸੰਸਾਰ ਦੇ ਅੰਦਰ ਆਪਾਂ ਵੇਖ ਰਹੇ ਹਾਂ, ਪਰ ਸਤਿਗੁਰੂ ਪਾਤਸ਼ਾਹ ਕੀ ਸਮਝਾ ਰਹੇ ਆ? ਕਹਿੰਦੇ ਬਿਨ ਹਰਿ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ। ਇਹਨਾਂ ਸਾਰੇ ਕਰਮਾਂ ਤੋਂ ਕਰਨ ਦੇ ਨਾਲ ਜਿਹੜਾ ਜੀਵ ਪਰਮਾਤਮਾ ਦੇ ਹਰੀ ਦਾ ਭਜਨ ਨਹੀਂ ਕਰਦਾ, ਦੇਖੋ ਕਿੱਡੇ ਮੁਸ਼ਕਲ ਦੇ ਕੰਮ ਨੇ। ਸ਼ਾਸਤਰਾਂ ਦੀ ਵਿਚਾਰ ਕਰਨੀ, ਤੀਰਥਾਂ ਦੇ ਉੱਪਰ ਜਾਣਾ, ਪਿੰਡੇ ਤੇ ਸੁਆਹ ਲਾ ਕੇ ਫਿਰਦੇ ਰਹਿਣਾ, ਧੂਈਆਂ ਤਾਪਣੀਆਂ, ਜਲ ਧਾਰੇ ਕਰਨੇ, ਭੁੱਖੇ ਰਹਿਣਾ, ਸਰੀਰ ਨੂੰ ਬਹੁਤ ਕਮਜ਼ੋਰ ਕਰ ਲੈਣਾ, ਸਿਰ ਦੇ ਉੱਪਰ ਜਟਾਂ ਵਧਾ ਲੈਣੀਆਂ। ਸੌਖਾ ਤਾਂ ਇਹ ਕੰਮ ਹੈ ਨਹੀਂ। ਪਰ ਸਤਿਗੁਰੂ ਪਾਤਸ਼ਾਹ ਕੀ ਸਮਝਾ ਰਹੇ ਆ? ਕਹਿੰਦੇ ਇਹ ਸਾਰੇ ਕਰਮ ਤਾਂ ਕਰੀ ਜਾਂਦੇ ਆ, ਪਰ ਇੱਕ ਕਰਮ ਨਹੀਂ ਕਰਦੇ ਕਿ ਗੁਰੂ ਦੀ ਮੱਤ ਲੈ ਕੇ ਹਰੀ ਦੇ ਭਜਨ ਦੇ ਅੰਦਰ ਆਪਣੇ ਮਨ ਨੂੰ ਲੀਨ ਨਹੀਂ ਕਰਨਾ ਆਉਂਦਾ, ਜਿਹਦਾ ਕਰਕੇ ਬਿਨ ਹਰਿ ਭਜਨ ਸਗਲ ਦੁਖ ਪਾਵਤ। ਉਹਨਾਂ ਨੇ ਧਰਮ ਦਾ ਰਸਤਾ ਤਾਂ ਅਖਤਿਆਰ ਕੀਤਾ ਸੀ ਸੁੱਖ ਦੀ ਪ੍ਰਾਪਤੀ ਵਾਸਤੇ, ਪਰ ਕਹਿੰਦੇ ਇੰਨੇ ਇਹ ਭਰਮ ਜਾਲ ਦੇ ਅੰਦਰ ਚਲੇ ਗਏ, ਕਰਮ ਕੰਧਾਂ ਦੇ ਅੰਦਰ ਚਲੇ ਗਏ, ਬਹੁਤ ਦੁਖੀ ਹੋ ਰਹੇ ਆ। ਪੇਟ ਦੀ ਭੁੱਖ ਤੰਗ ਕਰ ਰਹੀ ਆ, ਲੋਕ ਲੱਜਾ ਤੋਂ ਭੋਜਨ ਨਹੀਂ ਛਕਦੇ, ਤੇ ਬਹੁਤ ਸਾਰੀ ਗਰਮੀ ਮਨ ਨੂੰ ਸਤਾ ਰਹੀ ਆ। ਲੋਕਾਂ ਦੇ ਅੰਦਰ ਵਡਿਆਈ ਕਰਾਉਣ ਦੇ ਲਈ ਧੂਈਆਂ ਦਾ ਤਾਪਨ ਕਰਦੇ ਆ। ਠੰਡ ਸਰੀਰ ਨੂੰ ਸਤਾ ਰਹੀ ਆ ਤੇ ਲੋਕ ਵਿਖਾਵਾ ਕਰਨ ਵਾਸਤੇ ਬਹੁਤ ਸਾਰੇ ਜਲ ਧਾਰੇ ਕਰਦੇ ਆ। ਪਰ ਬਿਨਾਂ ਹਰੀ ਦੇ ਭਜਨ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਬਿਨ ਹਰਿ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ। ਕਿਉਂ ਦੁਖੀ ਹੋ ਰਹੇ ਆ? ਪ੍ਰੇਮ ਤਾਂ ਪਾਉਣਾ ਸੀ ਪ੍ਰਮਾਤਮਾ ਦੇ ਨਾਲ। ਜਿਹੜਾ ਪ੍ਰੇਮ ਪ੍ਰਮਾਤਮਾ ਨਾਲ ਪਾ ਕੇ ਆ ਦੁਨੀਆ ਦਾ ਮੋਹ ਛੱਡਣਾ ਸੀ, ਪਰ ਦੁਨੀਆ ਦੇ ਅੰਦਰ ਵਡਿਆਈ ਹੋਣੀ ਸ਼ੁਰੂ ਹੋ ਗਈ ਕਿ ਜੀ ਇਹ ਬਹੁਤ ਵੱਡੇ ਮਹਾਤਮਾ, ਲੋਕਾਂ ਨੇ ਆਉਣਾ ਸ਼ੁਰੂ ਕਰਤਾ। ਦੁਨੀਆ ਦੇ ਪ੍ਰੇਮ ਦੇ ਅੰਦਰ ਕਹਿੰਦੇ ਇਸ ਤਰ੍ਹਾਂ ਫਸ ਗਏ, ਜਿਉ ਪ੍ਰੇਮ ਵਢਾਏ ਸੋਚ ਕੇ ਹਟੂਆ। ਜਿਵੇਂ ਮੱਕੜੀ ਆ, ਉਹ ਆਪਣੇ ਮੁਖ ਦੇ ਅੰਦਰੋਂ ਜਾਲਾ ਕੱਢਦੀ ਆ, ਆਪਣੀ ਖੁਰਾਕ ਵਾਸਤੇ ਉਹਦੇ ਚ ਜੀਵ ਜੰਤੂ ਫਸਦੇ ਆ, ਫਿਰ ਉਹਨਾਂ ਨੂੰ ਖਾ ਜਾਂਦੀ ਆ। ਅਖੀਰ ਇੱਕ ਕਹਾਵਤ ਹੈ, ਮੱਕੜੀ ਆਪਣੇ ਹੀ ਬੁਣੇ ਹੋਏ ਜਾਲ ਦੇ ਅੰਦਰ ਫਸ ਕੇ ਆਪਾ ਖਤਮ ਕਰ ਦਿੰਦੀ ਹੈ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਚੱਲ ਰਹੀ ਆ,
ਇਹ ਸੰਸਾਰ ਦੇ ਮੋਹ ਜਾਲ ਦੇ ਅੰਦਰ, ਧੀਆਂ ਪੁੱਤਰਾਂ ਦੇ ਮੋਹ ਜਾਲ ਦੇ ਅੰਦਰ ਚੱਲ ਕੇ ਬਹੁਤ ਸਾਰਾ ਇਹਨੇ ਸੰਸਾਰ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ, ਦੁਨੀਆ ਦੇ ਪਦਾਰਥਾਂ ਦੇ ਨਾਲ ਇੰਨਾ ਮੋਹ ਪਾ ਲਿਆ, ਇਹ ਇਸ ਮੋਹ ਦੇ ਅੰਦਰ ਮੱਕੜੀ ਵਾਂਗੂ ਫਸਿਆ ਹੋਇਆ। ਫਿਰ ਇਸੇ ਮੋਹ ਦੇ ਅੰਦਰ ਹੀ ਦੁੱਖ ਵੀ ਭੋਗੀ ਜਾਂਦਾ ਤੇ ਇਸੇ ਮੋਹ ਦੇ ਜਾਲ ਦੇ ਅੰਦਰ ਹੀ ਆਪਣੀ ਮੌਤ ਕਰਵਾ ਕੇ ਦੁਬਾਰਾ ਫੇਰ ਇਸੇ ਸੰਸਾਰ ਦੇ ਅੰਦਰ ਜੰਮਣ ਮਰਨ ਦੇ ਚੱਕਰ 'ਚ ਜਨਮ ਦਾ ਮਰਦਾ ਰਹਿੰਦਾ। ਕੀ ਹੋ ਗਿਆ? ਕਹਿੰਦੇ ਮੋਹ ਵਧਾ ਲਿਆ ਬਹੁਤ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ ਕਿ ਬਿਨਾਂ ਹਰੀ ਦੇ ਭਜਨ ਤੋਂ ਉੱਤਮ ਕਰਮ ਕਰਦੇ ਹੋਏ ਜੀਵ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ, ਅਨਕ ਸ਼ਾਸਤਰ ਬਹੁ ਖਟੂਆ, ਭਸਮ ਲਗਾਏ ਤੀਰਥ ਬਹੁ ਭ੍ਰਮ ਤੇ, ਸੂਖਮ ਦੇਹ ਬੰਧਹਿ ਬਹੁ ਜਟੂਆ, ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ, ਪੂਜਾ ਚੱਕਰ ਕਰਤ ਸੋਮ ਪੰਕਾ, ਅਨਕ ਭਾਂਤ ਥਾਟੇ ਕਰ ਬਟੂਆ। ਮਹਾਰਾਜ ਕਹਿੰਦੇ ਬਹੁਤ ਤਰ੍ਹਾਂ ਦੀ ਜੀਵ ਪੂਜਾ ਕਰਦੇ ਆ ਆਪੋ ਆਪਣੇ ਇਸ਼ਟ ਮੁਤਾਬਕ। ਬਹੁਤ ਸਾਰੇ ਜੀਵ ਆਪਣੇ ਤਨ ਦੇ ਉੱਪਰ ਚੱਕਰ ਬਣਾਉਂਦੇ ਆ, ਚਿੰਨ ਬਣਾਉਂਦੇ ਆ ਤੇ ਕਰਤ ਸੋਮ ਪਾਕਾ। ਕਈ ਇੰਨੀ ਪਵਿੱਤਰਤਾ ਰੱਖਦੇ ਆ, ਉਹ ਕਿਸੇ ਦੇ ਹੱਥ ਦਾ ਬਣਿਆ ਹੋਇਆ ਭੋਜਨ ਨਹੀਂ ਛਕਦੇ ਕਿ ਅਸੀਂ ਸੁੱਚਮ ਰੱਖਣੀ ਆ ਜੀ। ਆਪਣੇ ਹੱਥੀ ਭੋਜਨ ਆਪ ਤਿਆਗ ਕਰਕੇ ਖਾਂਦੇ ਆ। ਸੋਮ ਪਾਕਾ, ਪਵਿੱਤਰ ਰਹਿਣਾ, ਆਪ ਭੋਜਨ ਤਿਆਰ ਕਰਨਾ। ਪਰ ਉਹਨਾਂ ਨੇ ਤਨ ਨੂੰ ਤਾਂ ਨਿਰਮਲ ਕਰ ਲਿਆ, ਮਨ ਦੀ ਸੋਝੀ ਨਹੀਂ ਆਈ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਠਟੂਆ। ਬਹੁਤ ਤਰ੍ਹਾਂ ਦੇ ਇਹ ਧਰਮ ਦੇ ਕਰਮ ਕਰਦੇ ਹੋਏ ਜੀਵ ਇਹਨਾਂ ਕਰਮ ਕਾਂਡਾਂ ਦੇ ਅੰਦਰ ਹੀ ਉਲਝ ਗਏ, ਸੰਸਾਰ ਦੇ ਮੋਹ ਦੇ ਅੰਦਰ ਹੀ ਉਲਝ ਗਏ। ਮਨ ਕਰਕੇ ਉਹਨਾਂ ਨੂੰ ਸੰਸਾਰ ਤੋਂ ਉੱਪਰ ਨਹੀਂ ਉੱਠਣਾ ਆਇਆ। ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ ਸਿੱਖ ਧਰਮ ਦੇ ਅੰਦਰ ਵੀ ਬਹੁਤ ਸਾਰੇ ਜੀਵ ਨੇ, ਉਹ ਬਹੁਤ ਸਾਰੇ ਬੰਧਨਾਂ ਦੇ ਅੰਦਰ ਬੱਝੇ ਹੋਏ ਆ। ਉਹ ਵਿਚਾਰੇ ਤਨ ਕਰਕੇ ਬਹੁਤ ਸਾਰੇ ਕਰਮ ਕਰ ਰਹੇ ਆ, ਮਨ ਦੇ ਹੱਥ ਕਰਕੇ ਵੀ ਕਰ ਰਹੇ ਆ, ਪਰ ਮਨ ਦੀ ਸੋਝੀ ਨਾ ਹੋਣ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਪੂਰਨ ਤਰ੍ਹਾਂ ਨਾ ਮੰਨਣ ਕਰਕੇ ਉਹ ਪਰਮਾਤਮਾ ਦਾ ਭਜਨ ਨਹੀਂ ਕਰਦੇ। ਉਹ ਪਰਮਾਤਮਾ ਦੇ ਭਜਨ ਕਰਦੇ ਵੀ ਆ ਤਾਂ ਗੁਰੂ ਦੀ ਮੱਤ ਅਨੁਸਾਰ ਨਹੀਂ ਕਰਦੇ। ਜੋ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਇਆ ਕਿ ਭਾਈ ਆਪਣੀ ਸੁਰਤ ਨੂੰ ਇਹ ਭਵ ਸਾਗਰ ਵਿਚਾਰਾਂ ਦੇ ਵਿੱਚੋਂ ਕੱਢਣ ਵਾਸਤੇ ਆਪਣੀ ਹੀ ਆਵਾਜ਼ ਦੇ ਅੰਦਰ ਧਿਆਨ ਰੱਖ ਕੇ ਪ੍ਰਮਾਤਮਾ ਦੇ ਨਾਮ ਦਾ ਜਾਪ ਕਰੋ। ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਉਹ ਲੱਗੇ ਤਾਂ ਹੋਏ ਆ ਵਿਚਾਰੇ ਪਿਆਰ 'ਚ, ਪੂਰਨ ਤੌਰ ਤੇ ਸੋਝੀ ਨਾ ਹੋਣ ਕਰਕੇ ਕਰਮ ਕਾਂਡਾਂ ਦੇ ਅੰਦਰ ਤਾਂ ਜੀਵ ਚੱਲ ਰਹੇ ਆ। ਉਸ ਆਨੰਦ ਦੀ ਪ੍ਰਾਪਤੀ ਨਹੀਂ ਹੋ ਰਹੀ ਜਿੱਥੇ ਸਾਡੀ ਸੁਰਤ ਨੇ ਇਹ ਤਿੰਨੇ ਤਰ੍ਹਾਂ ਦੇ ਸਾਗਰਾਂ ਨੂੰ ਛੱਡ ਕੇ ਚਾਰੇ ਨਦੀਆਂ ਤੋਂ ਉੱਪਰ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੁੰਦਾ, ਜਿੱਥੇ ਨਾ ਕੋਈ ਅਗਨ ਸਾੜ ਸਕੇ, ਨਾ ਕੋਈ ਪਾਣੀ ਡੋਬ ਸਕੇ, ਨਾ ਸਾਨੂੰ ਕੋਈ ਦੁਨੀਆ ਦੇ ਪਾਪ ਦੋਖ ਰੋਗ ਤੰਗ ਕਰ ਸਕਣ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਾਡੇ ਤੇ ਪਰ ਉਪਕਾਰ ਕੀਤਾ ਕਿ ਦਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਆਪਾਂ ਨੂੰ ਸਾਰਿਆਂ ਤੋਂ ਉੱਚਾ ਕਰਮ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜਿੱਥੇ ਅਸੀਂ ਹੋਰ ਧਰਮ ਦੇ ਕਰਮ ਕਰਨੇ ਆ, ਉੱਥੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਬੈਠ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੀਏ, ਭਜਨ ਕਰੀਏ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਜਿੰਨਾ ਚਿਰ ਸਾਡੀ ਸੁਰਤੀ ਵਿਚਾਰਾਂ ਦੇ ਬੰਧਨਾਂ ਅੰਦਰ ਹੈ, ਉਹਨਾਂ ਚਿਰ ਦੁੱਖ ਰਹਿਣਗੇ। ਜਦੋਂ ਅਸੀਂ ਇਹ ਵਿਚਾਰਾਂ ਤੋਂ ਮੁਕਤੀ ਪਾ ਲਈ, ਚੌਥੇ ਪਦ ਦੇ ਅੰਦਰ ਅਸੀਂ ਜਾਣਾ ਸਿੱਖ ਲਿਆ, ਫਿਰ ਸਾਨੂੰ ਮਾਲਕ ਦੇ ਚਰਨਾਂ ਨਾਲ ਜੁੜਨ ਦਾ ਨਸੀਬ ਪ੍ਰਾਪਤ ਹੋਊਗਾ।
आओ फिर बाकी का समा आपां गुरु के मंत्र का जाप करिए। हाँ जी, करो जी शुरू। वाहिगुरु 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 वाहिगुरु